बजे तक कथा श्रवण करिए जी। वाहिगुरू जी का खालसा, वाहिगुरू जी की फतेह। धन वाहिगुरू साहिब जी। तेरे कवन कवन गुण कह गावा, तू साहिब गुणी निधाना। तुमरी महिमा बरन ना सको, तू ठाकुर ऊच भगवाना। बीत जहे जन्म अकाज रे, निस दिन सुन कै पुराण। समझत नहरे अजान, काल तो पहुँच्यो आन। कहाँ जह पाज रे, सतनाम श्री वाहिगुरु साहिब जी। स्वामी को गृह ज्यों सदा, स्वान तजत नहीं नित। नानक ये बिद हर भजो, इक मन होई इक चित। तीरथ भरत अरदान कर, मन में धरे गुमान। नानक ने फल जात ते, ज्यों कुंचर इशनान। तीरथ भरत अरदान कर, मन में धरे गुमान। नानक ने फल जात ते, ज्यों कुंचर इशनान। वाहिगुरू जी का खालसा, वाहिगुरू जी की फतेह। सतगुरु गुरु गरीब निवाज चौर छतर तख्त दे मालिक धन धन साहिब श्री गुरु ग्रंथ साहिब महाराज सच्चे पातशाह जी दी पावन गुरगोद विच गदरी बाबियां दे इतिहासक स्थान गुरुद्वारा साहिब स्टॉकटन विखे गुरु चरना विच गुरु दरबार विच सज बैठे हाँ। सब तो पहलों आप समुचियां संगतां नूं धन श्री गुरु तेग बहादुर महाराज सच्चे पातशाह जी दे 400 साला प्रकाश पुरब दियां बहुत बहुत वधाइयां होवन। वधाइयां तो भाव है तुहाडे जीवन विच खुशियां आउण। तो सतगुरु गुरु तेग बहादुर महाराज सच्चे पातशाह जी दे समुचे जीवन गुर इतिहास नूं ते कोई बयान नहीं कर सकता, पर उन्हां दे इतिहास नूं ते उन्हां दी बाणी दे विचों आपां कुछ समझण दा यतन कर रहे हां। आप जी नूं पता ही होएगा कि गुरु तेग बहादुर महाराज सच्चे पातशाह जी दे 57 सलोक ने जिहड़े आपां 9वें महल्ले दे सलोक पढ़दे सुणदे हां, वो 57 हन ते 59 शब्द गुरु ग्रंथ साहिब महाराज जी दे विच दर्ज ने। जदों तुसीं 57 सलोक ते 59 शब्दां नूं सारियां नूं जदों तुसीं पढ़दे हो ते इस सारी बाणी दे विचों वैराग ही झलकदा है। वैराग दे अर्थ कोई उदासीनता दा नाम नहीं। वैराग दे अर्थ ने प्रीति झलकदी है, प्रीत झलकदी है कि जिहड़े लोग
ਇੰਜ ਕਹਿ ਲੋ ਧਰਮ ਤੋਂ ਤੇ ਮਨੁੱਖਾ ਜਨਮ ਤੋਂ, ਇਨਸਾਨੀਅਤ ਤੋਂ ਜਿਹੜੇ ਥੱਲੇ ਆ ਚੁੱਕੇ ਸਨ, ਗੁਰੂ ਸਾਹਿਬ ਜੀ ਨੇ ਆਪਣੀ ਉਸ ਪਵਿੱਤਰ ਪਾਵਨ ਬਾਣੀ ਦੇ ਨਾਲ ਉਹਨਾਂ ਨੂੰ ਉੱਚੀਆਂ ਚੁੱਕਿਆ ਹੈ। ਉਹ ਗੁਰੂ ਕੈਸਾ ਹੈ, ਮੈਂ ਚਾਹੁੰਦਾ ਕਿ ਰੋਜ਼ ਤੁਸੀਂ ਅਰਦਾਸ ਕਰਦੇ ਹੋ, ਅਰਦਾਸ ਸੁਣਦੇ ਹੋ। ਉਹ ਪੰਕਤੀਆਂ ਆਪਾਂ ਸਾਰੇ ਰਲ ਮਿਲ ਕੇ ਦੁਹਰਾ ਲਈਏ ਤਾਂ ਕਿ ਸਾਡਾ ਜਿਹੜਾ ਮਨ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਸੁਣਨ ਵਾਸਤੇ ਤਿਆਰ ਹੋ ਸਕੇ। ਉਹ ਪਾਵਨ ਬਚਨ ਤੁਸੀਂ ਅਰਦਾਸ ਵਿੱਚ ਪੜ੍ਹਦੇ ਹੋ, ਉਹ ਕਿਹੜੇ ਬੋਲ ਨੇ? ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ। ਵਾਹ ਵਾਹ। ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ। ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ। ਘਰ ਨੌ ਨਿਦ ਆਵੇ ਤਾਏ, ਘਰ ਨੌ ਨਿਦ ਆਵੇ ਤਾਏ, ਘਰ। ਘਰ ਨੌ ਨਿਦ ਆਵੇ ਤਾਏ, ਘਰ ਨੌ ਨਿਦ ਆਵੇ ਤਾਏ, ਘਰ ਨੌ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਘਰ ਨੌ ਨਿਦ ਆਵੇ ਧਾਏ, ਧਾਏ ਤੋਂ ਭਾਵ ਭੱਜੀਆਂ ਹੀ ਆਉਂਦੀਆਂ ਨੇ। ਜੋਤਸ਼ੀ ਕਹਿੰਦੇ ਆ ਨਾ ਵੀ ਸਾਡੇ ਕੋਲ ਆਓ, ਹੁਣ ਕਹਿਣਾ ਪੈਂਦਾ ਵੀ ਜਿੱਦਾਂ ਦੀ ਵਿਚਾਰ ਚੱਲਦੀ ਹੈ ਆਪਾਂ ਉਹਨਾਂ ਨੂੰ ਕਹਿੰਦੇ ਆ ਵੀ ਆਹ ਕੰਮ ਹੋ ਜੇ, ਉਹ ਹੋ ਜੇ। ਉਹ ਗੁਰੂ ਕਿਹਾ ਸਿੱਖਾ ਤੂੰ ਰੋਜ਼ ਅਰਦਾਸ ਕਰਦਾ, ਇਹ ਅਰਦਾਸ ਤੈਨੂੰ ਇਹਨਾਂ ਪਾਂਡੇ ਜੋਤਸ਼ੀਆਂ ਤੋਂ ਸੁਚੇਤ ਕਰਦੀ ਹੈ। ਇਹ ਅਰਦਾਸ ਤੈਨੂੰ ਕਹਿੰਦੀ ਹੈ ਕਿ ਐਸਾ ਸੱਚਾ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਤੇਰੇ ਕੋਲ ਹੈ, ਉਹਦੀ ਬਾਣੀ ਤੇਰੇ ਕੋਲ ਹੈ, ਕਿ ਅਜੇ ਵੀ ਤੈਨੂੰ ਲੋੜ ਹੈ ਕਿਸੇ ਪਾਂਡੇ ਕੋਲ, ਕਿਸੇ ਬਾਬੇ ਕੋਲ, ਕਿਸੇ ਧਾਗੇ ਤਵੀਤ ਵਾਲੇ ਕੋਲ ਜਾਣ ਦੀ। ਤੇਰੇ ਕੋਲ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ। ਤੇਗ ਬਹਾਦਰ ਸਿਮਰਿਐ, ਇੱਥੇ ਸਿਮਰਿਐ ਦੋ ਸਿਹਾਰੀਆਂ ਨੇ, ਤੇ ਜਦੋਂ ਆਪਾਂ ਸਿਮਰਿਐ ਪਾਠ ਕਰਾਂਗੇ ਫਿਰ ਬਣ ਜਾਏਗਾ ਇੱਕ ਵਚਨ, ਤੇ ਜਦੋਂ ਕਰਾਂਗੇ ਆਪਾਂ ਸਿਮਰਿਐ ਤੇ ਫਿਰ ਬਣ ਜਾਏਗਾ ਬਹੁ ਵਚਨ। ਇਸ ਲਈ ਇੱਥੇ ਗੁਰ ਤੇਗ ਬਹਾਦਰ ਸਿਮਰਿਐ, ਘਰ ਨੌ ਨਿਦ ਆਵੇ ਧਾਏ, ਖਿਮਾ ਕਰਨੀ, ਸਿਮਰਿਐ ਪੜਾਂਗੇ ਤਾਂ ਇੱਕ ਵਚਨ ਬਣੇਗਾ, ਸਿਮਰਿਐ ਪੜਾਂਗੇ ਬਹੁਤੇ ਬਣ ਜਾਣਗੇ। ਗੁਰ ਤੇਗ ਬਹਾਦਰ ਸਿਮਰਿਐ, ਘਰ ਨੌ ਨਿਦ, ਜਿਹੜੀਆਂ 27 ਸਿਮਰਤੀਆਂ, 18 ਪੁਰਾਣ, 4 ਵੇਦ ਆਦਿਕ ਲੋਕ ਇਹਨਾਂ ਦੀ ਪੂਜਾ ਕਰਦੇ ਸਨ। ਤੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਇਹ ਸਾਰੀਆਂ ਉਹਦੇ ਪਿੱਛੇ ਪਿੱਛੇ ਆਉਣਗੀਆਂ। 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਬਾਬਾ ਜੀ ਪਿੱਛੇ ਲੱਗਦੀਆਂ ਤੇ ਹੈ ਨਹੀਂ, ਇਹ ਕਹਿੰਦੇ ਆ ਨਾ। ਤੇ ਜੇ ਬਾਬਾ ਕਵੇ ਵੀ ਤੂੰ ਹਿਰਦੇ ਵਿੱਚ ਵਸਾਇਆ ਪਹਿਲਾਂ ਮੇਰੀ ਤਾਂ ਸ਼ਰਤ ਮੰਨ ਲੈ, ਆਪਣੀਆਂ ਪਹਿਲਾਂ ਮਨਾਉਣ ਨੂੰ ਫਿਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਇਹ ਤੇਰੇ ਪਿੱਛੇ ਪਿੱਛੇ ਫਿਰਨਗੀਆਂ ਕਿ ਮੈਨੂੰ ਜਗ੍ਹਾ ਦੇ ਦੇ ਤੂੰ। ਕਿੰਨਾਂ ਨੂੰ? ਪਾਤਸ਼ਾਹ ਕਹਿੰਦੇ ਜੋ ਹਰ ਹਿਰਦੈ, ਜਿਹੜਾ ਹਿਰਦੇ ਵਿੱਚ ਹਰੀ ਪਾਪਾਂ ਨੂੰ ਨਾਸ ਕਰਨ ਵਾਲਾ, ਜੇ ਤੂੰ ਉਹਦੇ ਉਪਦੇਸ਼ ਨੂੰ, ਉਹਦੇ ਗਿਆਨ ਨੂੰ ਹਿਰਦੇ ਵਿੱਚ ਵਸਾ ਲਵੇਂਗਾ ਤਾਂ ਫਿਰ ਇਹ ਚੀਜ਼ਾਂ ਤੇਰੇ ਪਿੱਛੇ ਪਿੱਛੇ ਆਉਣਗੀਆਂ। ਦੂਜੇ ਧਰਮ ਦਾ ਬੰਦਾ ਤੇ ਚਲੋ ਜਿਹਨੂੰ ਮਰਜ਼ੀ ਮੰਨੇ, ਸਿੱਖ ਹੋ ਕੇ ਦਸਤਾਰ ਸਜਾ ਕੇ ਸੋਹਣਾ ਦਾਣਾ ਪ੍ਰਕਾਸ਼ ਕਰਕੇ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਵੀ ਜੇ ਉਹਨੂੰ ਇਸ ਅਰਦਾਸ ਤੇ ਹੀ ਭਰੋਸਾ ਨਹੀਂ
ਗੁਰ ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਣਾ ਸਹਾਏ। ਰੋਜ਼ ਪੜ੍ਹਦੇ ਹੋ। ਤੇ ਆਪਾਂ ਬੇਨਤੀ ਕਰ ਰਹੇ ਸਾਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਉਹ ਪਰ ਉਪਕਾਰੀ ਨੇ, ਉਹ ਧਰਮ ਰੱਖਿਅਕ ਨੇ। ਉਹਨਾਂ ਨੇ ਜਦੋਂ ਦੇਖਿਆ ਕਿ ਜ਼ੁਲਮ ਦੇ ਦਰਿਆ ਦੇ ਵਿੱਚ ਇਹ ਹਿੰਦ ਡੁੱਬਦੀ ਜਾ ਰਹੀ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਉਸ ਜ਼ੁਲਮ ਦੇ ਦਰਿਆ ਨੂੰ ਠੱਲ ਪਾਈ। ਉਹਨਾਂ ਦੀ ਬਾਣੀ ਵਿੱਚੋਂ ਇਤਿਹਾਸ ਸਾਹਮਣੇ ਸਾਡੇ ਪ੍ਰਗਟ ਹੋ ਕੇ ਆਉਂਦਾ ਹੈ। ਇਤਿਹਾਸ ਭਾਵੇਂ ਤੁਸੀਂ ਜਾਣਦੇ ਹੋ, ਵੇਖੋ ਗੀਤ ਸੰਗੀਤ ਨਾਟਕ ਡਰਾਮੇ ਤੁਸੀਂ ਇੱਕ ਵਾਰੀ ਦੇਖੋਗੇ, ਦੂਜੀ ਵਾਰੀ ਵੇਖਣ ਨੂੰ ਦਿਲ ਨਹੀਂ ਕਰੇਗਾ, ਸੁਣਨ ਨੂੰ ਜੀ ਨਹੀਂ ਕਰਨਾ। ਕਿਉਂਕਿ ਉਹ ਕੂੜ ਹੈ, ਉਹ ਨਾਸਵੰਤ ਹੈ, ਉਹ ਝੂਠ ਹੈ। ਪਰ ਗੁਰੂ ਸਾਹਿਬਾਨਾਂ ਦਾ ਇਤਿਹਾਸ, ਗੁਰੂ ਸਾਹਿਬ ਜੀ ਦੀ ਪਾਵਨ ਬਾਣੀ, ਹਰ ਸਾਲ ਜਦੋਂ ਵੀ ਕੋਈ ਗੁਰਪੁਰਬ ਸ਼ਹੀਦੀ ਦਿਹਾੜਾ ਆਉਂਦਾ ਤੇ ਆਪਾਂ ਇਹਨੂੰ ਬਾਰ-ਬਾਰ ਦੁਹਰਾਉਂਦੇ ਹਾਂ। ਕੋਈ ਵੀ ਐਸਾ ਨਹੀਂ ਜਿਹੜਾ ਕਵੇ ਤਾਂ ਮੈਂ ਪਿਛਲੇ ਸਾਲ ਵੀ ਸੁਣਿਆ ਸੀ, ਕਿਉਂਕਿ ਇਹ ਸਚਾਈ ਹੈ। ਤੇ ਸੱਚ ਨੂੰ ਸੁਣ ਕੇ ਕਦੀ ਵੀ ਮਨ ਦੇ ਵਿੱਚ ਅਵੇਸਲਾਪਨ ਨਹੀਂ ਆਉਂਦਾ, ਉਹਦੇ ਨਹੀਂ ਆਉਂਦਾ ਜਿਹੜਾ ਗੁਰੂ ਨਾਲ ਜੁੜਿਆ। ਤੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਆਗਮਨ ਆਪ ਜੀ ਨੂੰ ਪਤਾ ਹੈ ਕਿ 5 ਵਿਸਾਖ ਸੀ, ਅਪ੍ਰੈਲ ਮਹੀਨਾ ਸੀ ਤੇ 1621 ਸੀ। ਤੇ ਹੁਣ 2021 ਚੱਲ ਰਿਹਾ ਹੈ, 400 ਸਾਲਾ ਗੁਰਪੁਰਬ ਪ੍ਰਕਾਸ਼ ਆਪਾਂ ਉਹਨਾਂ ਦਾ ਮਨਾ ਰਹੇ ਹਾਂ। ਮਨਾਉਣ ਤੋਂ ਭਾਵ ਹੈ ਕਿ ਉਹਨਾਂ ਦੀ ਬਾਣੀ ਦੇ ਵਿੱਚੋਂ ਹੀ ਆਪਣੇ ਇਸ ਭੁੱਲੇ ਹੋਏ ਮਨ ਨੂੰ ਮਨਾ ਲਈਏ। ਤੇ ਆਪਾਂ ਉਹ ਬਚਨ ਪੜ੍ਹਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜੇ ਦੇਖਿਆ ਜਾਏ ਸਭ ਤੋਂ ਅਖੀਰਲਾ ਰਾਗ, ਤੇ ਜਿਹਨੂੰ ਆਪਾਂ ਛੋਟਾ ਰਾਗ ਕਹਿ ਦਈਏ, ਘੱਟ ਗਿਣਤੀ ਵਿੱਚ ਸ਼ਬਦ ਨੇ, ਉਹ ਹੈ ਜੈਜਾਵੰਤੀ ਰਾਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ। ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਇਸ਼ਾਰਾ ਕੀਤਾ ਹੈ, ਬੀਤ ਜੈ ਹੈ, ਬੀਤ ਜੈ ਹੈ। ਬੰਦਿਆ ਇਹ ਜਿਹੜਾ ਸਮਾਂ ਹੈ ਨਾ, ਇਹ ਜਿਹੜੀ ਤੇਰੀ ਉਮਰ ਹੈ, ਕਹਿੰਦੇ ਇਹਨੇ ਬੀਤ ਜਾਣਾ, ਬੀਤ ਨਹੀਂ ਜਾਣਾ। ਗੁਰੂ ਸਾਹਿਬ ਜੀ ਕਹਿੰਦੇ ਬੀਤ ਹੀ ਰਹੀ ਹੈ। ਜਨਮ ਅਕਾਜ ਰੇ, ਤੇਰਾ ਜਿਹੜਾ ਮਨੁੱਖਾ ਜਨਮ ਹੈ, ਜੇ ਗੁਰੂ ਗਿਆਨ ਤੋਂ ਸਖਣਾ ਹੈ, ਜੇ ਗੁਰਮਤਿ ਤੋਂ ਸਖਣਾ ਹੈ, ਜੇ ਗੁਰੂ ਦੀ ਬਾਣੀ ਤੋਂ ਵਿਹੂਣਾ ਹੈ, ਤਾਂ ਗੁਰੂ ਸਾਹਿਬ ਜੀ ਆਪਣੀ ਬਾਣੀ ਵਿੱਚ ਕਹਿੰਦੇ ਨੇ, ਕਹਿੰਦੇ ਬੀਤ ਜੈ ਹੈ, ਬੀਤ ਜੈ ਹੈ ਜਨਮ ਅਕਾਜ ਰੇ। ਭਾਵ ਜੇ ਤੂੰ ਰੱਬ ਦੀ ਬੰਦਗੀ ਨਾ ਕੀਤੀ, ਸਮਾਂ ਤਾਂ ਸਾਰਿਆਂ ਦਾ ਹੀ ਲੰਘ ਜਾਂਦਾ ਹੈ, ਸਮਾਂ ਸਭ ਦਾ ਲੰਘ ਜਾਂਦਾ ਹੈ। ਸੁੱਖ ਵਿੱਚ ਵੀ ਲੰਘ ਜਾਂਦਾ ਹੈ, ਦੁੱਖ ਵਿੱਚ ਵੀ ਲੰਘ ਜਾਂਦਾ ਹੈ। ਰਾਤ ਚੋਰ ਦੀ ਵੀ ਲੰਘ ਜਾਂਦੀ ਹੈ, ਰਾਤ ਇੱਕ ਮਹਾਂਪੁਰਖ ਸੰਤ ਗੁਰਮੁਖ ਦੀ ਵੀ ਲੰਘ ਜਾਂਦੀ ਹੈ। ਪਰ ਫਰਕ ਇੰਨਾ ਹੀ ਹੁੰਦਾ ਹੈ ਕਿ ਗੁਰਮੁਖ ਦੀ ਰਾਤ ਲੰਘਦੀ ਹੈ ਗੁਰੂ ਦੇ ਗੁਣ ਗਾਉਂਦਿਆਂ, ਅੰਦਰੋਂ ਪ੍ਰਮਾਤਮਾ ਦੀ ਬੰਦਗੀ ਕੀਤਿਆਂ। ਪਰ ਦੂਜੇ ਦੀ ਰਾਤ ਲੰਘਦੀ ਹੈ ਦੂਜਿਆਂ ਨੂੰ ਲੁੱਟਣ ਦੇ ਆਧਾਰ ਤੇ। ਸਤਿਗੁਰੂ ਜੀ ਕਹਿੰਦੇ ਬੀਤ ਜੈ ਹੈ, ਬੀਤ ਜੈ ਹੈ ਜਨਮ ਅਕਾਜ ਰੇ। ਨਿਸ ਦਿਨ ਸੁਣ ਕੇ ਪੁਰਾਣ ਤੂੰ ਦਿਨ ਰਾਤ। ਨਿਸ ਦੇ ਅਰਥ ਨੇ ਰਾਤ, ਨਿਸ ਦਿਨ, ਦਿਨ ਰਾਤ ਤੂੰ ਧਾਰਮਿਕ, ਇੰਜ ਕਹਿ ਲੋ ਗ੍ਰੰਥਾਂ ਦੇ ਵਿੱਚੋਂ ਧਾਰਮਿਕ ਉਪਦੇਸ਼, ਰੱਬੀ ਗਿਆਨ ਤੂੰ ਸੁਣਦਾ ਜ਼ਰੂਰ ਹੈ, ਦਿਨ ਰਾਤ ਤੂੰ ਸੁਣ ਰਿਹਾ ਹੈ। ਪਰ ਪਾਤਸ਼ਾਹ ਜੀ ਕਹਿੰਦੇ ਤੇਰੇ ਤੇ ਕੋਈ ਅਸਰ ਨਹੀਂ ਹੋ ਰਿਹਾ, ਵਿੱਚੇ ਮੈਂ ਵੀ ਹਾਂ। ਕਈਆਂ ਕਹਿਣਾ ਭਾਈ ਸਾਨੂੰ ਹੀ ਕਹਿੰਦਾ ਰਹਿੰਦਾ ਹੈ, ਪਰ ਗੁਰਬਾਣੀ ਸਾਰਿਆਂ ਨੂੰ ਕਹਿ ਰਹੀ ਹੈ। ਪਾਤਸ਼ਾਹ ਕਹਿੰਦੇ ਨਿਸ ਦਿਨ ਸੁਣ ਕੇ ਪੁਰਾਨ, ਸਮਝਤ ਨਹਿਰੇ ਅਜਾਨ। ਅਜਾਨ ਦੇ ਅਰਥ ਨੇ ਭਾਵ ਤੂੰ ਐਵੇਂ ਹੀ ਛਾਪਲਿਆ ਜਾ ਬੈਠਾ ਹੈ, ਪਤਾ ਤੈਨੂੰ ਸਾਰਾ ਕੁਝ ਹੈ। ਕਈ ਦਫਾ ਨਾ ਸਾਨੂੰ ਗੁਰਮਤਿ ਦਾ ਸਾਰਾ ਕੁਝ ਪਤਾ ਹੁੰਦਾ ਹੈ, ਸਭ ਕੁਝ ਪਤਾ ਹੁੰਦਾ ਹੈ। ਬਾਣੀ ਆ ਕਹਿ ਰਹੀ ਹੈ, ਜੋ ਬਾਣੀ ਵਿੱਚ ਲਿਖਿਆ ਹੈ, ਜੋ ਬਾਣੀ ਪੜ੍ਹ ਰਹੇ ਹਾਂ, ਜੋ ਬਾਣੀ ਦੱਸ ਰਹੀ ਹੈ, ਇਹ ਬਿਲਕੁਲ ਸਹੀ ਹੈ, ਬਿਲਕੁਲ ਸੱਚ ਹੈ। ਪਰ ਉਂਝ ਹੀ ਛਾਪਲੇ ਜੇ ਹੁੰਨੇ ਆ, ਕੁਝ ਤਾਂ ਲੋਕ ਲਾਜ ਕਰਕੇ ਛਾਪਲੇ ਹੁੰਨੇ ਆ, ਕੁਝ ਅਸੀਂ ਉਂਝ ਉਸ ਗੁਰਬਾਣੀ ਨਾਲ। ਮੈਂ ਹਮੇਸ਼ਾ ਬੇਨਤੀ ਕਰਦਾ, ਵੇਖੋ ਕਥਾ ਕਰਨ ਦਾ, ਬੋਲਣ ਦਾ ਸਭ ਦਾ ਵੱਖੋ ਵੱਖ ਤਰੀਕਾ ਹੈ, ਸਭ ਦਾ ਇੰਜ ਕਹਿ ਲਓ ਮੜੰਗਾ ਚਿਹਰਾ ਵੀ ਵੱਖਰਾ ਹੈ। ਘਰ ਵਿੱਚ ਪਰਿਵਾਰ ਵਿੱਚ ਤੁਸੀਂ ਰਹਿੰਦੇ ਹੋ, 5 ਜੀ ਨੇ, 5 ਦਾ ਸੁਭਾਅ ਤੁਹਾਡੇ ਨਾਲ ਬਿਲਕੁਲ ਨਹੀਂ ਮਿਲੇਗਾ।
ਪੰਜਾਂ ਦਾ ਚਿਹਰਾ ਵੀ ਨਹੀਂ ਮਿਲੇਗਾ, ਪੰਜਾਂ ਦੀ ਆਵਾਜ਼ ਵੀ ਨਹੀਂ ਮਿਲੇਗੀ, ਉਹਨਾਂ ਦੇ ਹੱਸਣ ਸੌਣ ਦਾ ਤਰੀਕਾ ਵੀ ਨਹੀਂ ਮਿਲੇਗਾ, ਕਿਉਂਕਿ ਮੇਰੇ ਮਾਲਕ ਨੇ ਦੁਨੀਆ ਸਾਜੀ ਹੀ ਇਸ ਤਰ੍ਹਾਂ ਹੈ। ਕਿਸੇ ਦੀ ਆਵਾਜ਼ ਕਿੱਦਾਂ ਦੀ, ਕਿਸੇ ਦੀ ਕਿੱਦਾਂ ਦੀ। ਖੈਰ ਬੇਨਤੀ ਕਰ ਰਹੇ ਸਾਂ ਕਿ ਗੁਰੂ ਸਾਹਿਬ ਜੀ ਕਹਿੰਦੇ ਬੀਤ ਜੈ ਹੈ ਜਨਮ ਅਕਾਜਰੇ, ਨਿਸ ਦਿਨ ਸੁਨ ਕੇ ਪੁਰਾਣ ਦਿਨ ਰਾਤ ਸੁਣ ਰਹੇ ਹੈ, ਪਰ ਕਹਿੰਦੇ ਸਮਝਤ ਨਹਿਰੇ ਅਜਾਨ, ਸਭ ਕੁਝ ਜਾਣਨ ਦੇ ਬਾਵਜੂਦ ਵੀ ਤੂੰ ਅਣਜਾਣ ਜਾ ਬਣਿਆ, ਵੀ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ। ਜਦੋਂ ਬੰਦੇ ਨੇ ਨਾ ਸਮਝਣਾ ਹੋਵੇ ਨਾ, ਵਿੱਚੇ ਮੈਂ ਕਹੂੰਗਾ ਮੈਨੂੰ ਬਾਣੀ ਦੀ ਨਹੀਂ ਸਮਝ ਆਉਂਦੀ, ਪਤਾ ਨਹੀਂ ਬਾਣੀ ਵਿੱਚ ਕੀ ਲਿਖਿਆ, ਪਤਾ ਨਹੀਂ ਬਾਣੀ ਕੀ ਕਹਿ ਰਹੀ ਹੈ। ਦਰਅਸਲ ਗੁਰੂ ਸਾਹਿਬ ਕਹਿੰਦੇ ਪਤਾ ਤੈਨੂੰ, ਪਰ ਤੂੰ ਉਂਝ ਹੀ ਭੋਲਾ ਤੇ ਛਾਪੜਿਆ ਹੋਇਆ, ਤੂੰ ਜਾਣ ਬੁੱਝ ਕੇ ਉਸ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ। ਨਿਸ ਦਿਨ ਸੁਨ ਕੇ ਪੁਰਾਨ, ਸਮਝਤ ਨਹਿਰੇ ਅਜਾਨ, ਕਾਲ ਤੋਂ ਪਹੁੰਚਿਓ ਆਨ, ਕਹਾਂ ਜੈ ਭਾਜ ਰੇ। ਕਿੱਥੇ ਭੱਜ ਲੇਗਾ? ਜੇ ਤੂੰ ਕਵੇਂ ਮੈਂ ਪੰਜਾਬ 'ਚ ਰਹਿਣਾ, ਹਾਏ ਇੱਥੇ ਮੌਤ ਨਾ ਆ ਜੇ, ਚਲੋ ਵੀਜ਼ਾ ਲੱਗ ਗਿਆ ਅਮਰੀਕਾ ਪਹੁੰਚ ਗਏ, ਕਹਿੰਦੇ ਉੱਥੇ ਨਹੀਂ ਆਉਣੀ। ਪਾਤਸ਼ਾਹ ਕਹਿੰਦੇ ਨਹੀਂ, ਜਿੱਥੇ ਮਰਜ਼ੀ ਭੱਜ ਲੈ, ਜਿੱਥੇ ਮਰਜ਼ੀ ਤੂੰ ਤੁਰ ਜਾ, ਮੌਤ ਨੇ ਤੈਨੂੰ ਲੱਭ ਲੈਣਾ, ਜਿੱਥੇ ਮਰਜ਼ੀ ਲੁਕ ਜੀ। ਕਾਲ ਤੋਂ ਪਹੁੰਚਿਓ ਆਨ, ਕਹਾਂ ਜੈ ਭਾਜ ਰੇ। ਪਾਤਸ਼ਾਹ ਕਹਿੰਦੇ ਭੱਜਣ ਦੀ ਕੋਸ਼ਿਸ਼ ਨਾ ਕਰ, ਭੱਜਣ ਤੋਂ ਭਾਵ ਹੈ ਆਪਣੇ ਧਰਮ ਤੋਂ। ਧਰਮ ਦੇ ਅਰਥ ਨੇ ਫਰਜ਼, ਆਪਣੇ ਫਰਜ਼ ਤੋਂ ਮੁਨਕਰ ਨਾ ਹੋ, ਉਸ ਮਾਲਕ ਦੀ ਬੰਦਗੀ ਕਰ। 5 ਵਿਸਾਖ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਦੀ ਧਰਤੀ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘਰ ਤੇ ਮਾਤ ਨਾਨਕੀ ਜੀ ਦੀ ਕੁੱਖ ਤੋਂ ਇਤਿਹਾਸ ਤੁਸੀਂ ਸੁਣਿਆ ਕਿ ਜਿੱਥੇ 4 ਸਾਹਿਬਜ਼ਾਦਿਆਂ ਦਾ ਜਨਮ ਹੁੰਦਾ ਹੈ ਤੇ ਉੱਥੇ 5ਵੀਂ ਬੀਬੀ ਵੀਰੋ ਦਾ ਵੀ ਜਨਮ ਹੋਇਆ, ਪਰ ਇਹਨਾਂ ਦੇ ਵਿੱਚੋਂ ਸਭ ਤੋਂ ਛੋਟੇ 5ਵੇਂ ਜਿਹੜੇ ਸਾਹਿਬਜ਼ਾਦੇ ਨੇ ਉਹ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ। ਤੇ ਆਪਾਂ ਕੱਲ ਵੀ ਗਿਆਨੀ ਜੀ ਤੋਂ ਸੁਣਿਆ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਆਮਦ ਹੁੰਦੀ ਹੈ, ਸਤਿਗੁਰੂ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਨੇ, ਮੇਵੜਾ ਇੱਕ ਅਰਦਾਸੀਆ ਜਾ ਕੇ ਖਬਰ ਦਿੰਦਾ ਹੈ, ਕਿਉਂਕਿ ਆਪਾਂ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਫਿਰ ਪ੍ਰਕਾਸ਼ ਦੀ ਤਾਂ ਗੱਲ ਕਰਨੀ ਪਏਗੀ। ਜਾ ਕੇ ਬੇਨਤੀ ਕੀਤੀ, ਸਤਿਗੁਰੂ ਘਰ ਦੇ ਵਿੱਚ 5ਵੇਂ ਬਾਲਕ ਦਾ ਜਨਮ ਹੋਇਆ ਤੇ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਦੇ ਮਾਲਕ ਆਏ ਸੰਸਾਰ ਵਿੱਚ, ਤੇ ਜਿਉਂ ਹੀ ਦੀਵਾਨ ਦੀ ਸਮਾਪਤੀ ਹੋਈ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਏ ਨੇ ਤੇ ਜਾ ਕੇ ਗੁਰਦੇਵ ਨੇ ਬੜੇ ਅਦਬ ਦੇ ਨਾਲ ਸੀਸ ਝੁਕਾਇਆ ਤੇ ਬਹਾਦਰ ਬਿਧੀ ਚੰਦ ਕੋਲ ਖਲੋਤਾ ਹੈ ਤੇ ਉਹ ਕਹਿੰਦਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਬਖਸ਼ਿਸ਼ਾਂ ਦੇ ਮਾਲਕ ਹੋ, ਬਾਲਕ ਤਾਂ ਪਹਿਲਾਂ ਵੀ ਆਏ, ਵੱਡਾ ਪੁੱਤਰ ਬਾਬਾ ਗੁਰਦਿੱਤਾ। ਕਦੀ ਇਹ ਵੀ ਸਵਾਲ ਹੋਇਆ ਸੀ ਕਿ ਸਾਹਿਬਜ਼ਾਦੇ ਦੂਜੇ ਵੀ ਨੇ, ਗੁਰਦਿੱਤਾ ਜੀ ਨੂੰ ਬਾਬਾ ਕਿਉਂ ਕਹਿੰਦੇ ਹੋ? ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਖਿਆ ਸੀ, ਬਾਬਾ ਨਾਮ ਹੈ ਕਮਾਈ ਦਾ, ਇਹਨਾਂ ਨੂੰ ਅਸੀਂ ਬਾਬਾ ਤਾਂ ਕਹਿੰਦੇ ਆ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਕਮਾਈ ਵਾਲੇ 7 ਪੁਰਸ਼ ਨੇ ਆਉਣਾ। ਉਹ ਆਏ ਸਨ 7ਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਉਹਨਾਂ ਦੇ ਪਿਤਾ ਦਾ ਅਦਬ ਸਤਕਾਰ ਕਰਨਾ ਇਹ ਸੁਭਾਵਕ ਸੀ, ਤਾਂ ਗੁਰਦਿੱਤਾ ਜੀ ਨੂੰ ਬਾਬਾ ਗੁਰਦਿੱਤਾ ਜੀ ਆਖਿਆ ਜਾਂਦਾ ਸੀ। ਹੁਣ ਇਹਨਾਂ ਦੇ ਅੱਗੇ ਅਸੀਂ ਸੀਸ ਝੁਕਾਇਆ, ਭਾਵੇਂ ਇੱਕ ਮਾਸੂਮ ਬਾਲਕ ਹੈ, ਦੁਨੀਆ ਦੀ ਨਜ਼ਰ ਵਿੱਚ ਬਾਲਕ ਹੈ, ਪਰ ਉਹ ਬਾਲਕ ਨਹੀਂ, ਉਹ ਤਾਂ ਪਤਾ ਨਹੀਂ ਕਿੰਨੇ ਕੁ ਬਾਲਕਾਂ ਨੂੰ ਇੰਜ ਕਹਿ ਲੋ ਜਿਨ੍ਹਾਂ ਦੇ ਸਿਰ ਦੇ ਉੱਪਰੋਂ ਛਾਇਆ ਉੱਠਣ ਦੀ ਤਿਆਰੀ ਔਰੰਗਜ਼ੇਬ ਨੇ ਕਰਨੀ ਹੈ, ਤੇ ਪਤਾ ਨਹੀਂ ਕਿੰਨਿਆਂ ਦੇ ਸਿਰ ਦੇ ਉਹਨੇ ਇੰਜ ਕਹਿ ਲੋ ਪਿਤਾਵਾਂ ਦਾ ਮਾਤਾਵਾਂ ਦਾ ਪਤਾ ਨਹੀਂ ਕਿੰਨਿਆਂ ਕੁ ਦੇ ਉੱਪਰ ਉਹਨਾਂ ਨੇ ਕਿਰਪਾ ਰੂਪ ਹੱਥ ਰੱਖਣਾ ਹੈ। ਤੇ ਜਦੋਂ ਨਮਸਕਾਰ ਕੀਤੀ ਨਾ ਤਾਂ ਉਸ ਵਿੱਚ ਬਹਾਦਰ ਬਿਧੀ ਚੰਦ ਪੁੱਛਦਾ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਇਹ ਜਿਹੜਾ ਬਾਲਕ ਹੈ ਨਾ, ਇਹ ਦੀਨ ਸੰਕਟ ਰੱਛਾ ਹਰੈ, ਭਾਵ ਗਰੀਬਾਂ ਦੀ ਸਹਾਇਤਾ ਕਰਨ ਵਾਲਾ ਹੋਏਗਾ, ਦੁਖੀਆਂ ਦਾ ਦਰਦ ਵੰਡਾਉਣ ਵਾਲਾ ਹੋਵੇਗਾ, ਤੇ ਜਿਹੜੇ ਜ਼ਾਲਮ ਲੋਕ ਜ਼ੁਲਮ ਕਰਨ ਵਾਲੇ ਹੋਣਗੇ ਉਹਨਾਂ ਦੇ ਵਾਸਤੇ ਵੀ ਇਹ ਇੱਕ ਮਹਾਨ ਧਰਮ ਦੀ ਚਾਦਰ ਬਣ ਕੇ ਆਇਆ। ਹਿੰਦ ਦੀ ਚਾਦਰ ਨਹੀਂ, ਉਹ ਧਰਮ ਦੀ ਚਾਦਰ ਨੇ। ਹੋਰ ਇਤਿਹਾਸ ਵਾਚ ਲਓ, ਜਦੋਂ ਮਾਤ ਨਾਨਕੀ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ
ਕਈ ਦਫਾ ਮਾਤ ਨਾਨਕੀ ਜੀ ਕਹਿੰਦੇ ਤੁਸੀਂ ਪਿਆਰ ਕੇਵਲ ਤੇ ਕੇਵਲ ਬਹੁਤਾ ਆ ਛੋਟੇ ਪੁੱਤਰ ਤੇਗ ਬਹਾਦਰ ਨੂੰ ਕਰਦੇ ਹੋ, ਦਾ ਕਾਰਨ ਕੀ ਹੈ? ਗੁਰਤਾ ਗੱਦੀ ਤੁਸੀਂ ਵੱਡੇ ਪੁੱਤਰ ਗੁਰਦਿੱਤੇ ਨੂੰ ਛੱਡ ਕੇ ਗੁਰਤਾ ਗੱਦੀ ਤੁਸੀਂ ਪੋਤਰੇ ਨੂੰ ਦਿੱਤੀ ਹਰ ਰਾਏ ਨੂੰ, ਪਰ ਤੁਸੀਂ ਆਪਣੇ ਇਹਨਾਂ ਚੌਵਾਂ ਪੰਜਾਂ ਵਿੱਚੋਂ ਕਿਸੇ ਇੱਕ ਨੂੰ ਵੀ ਨਹੀਂ ਗੁਰਤਾ ਗੱਦੀ ਦਿੱਤੀ। ਤਾਂ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਤਿਹਾਸ ਕਹਿੰਦਾ ਸਾਡਾ ਸਿੱਖ ਇਤਿਹਾਸ ਕਿ ਇੱਕ ਕਟਾਰ ਦਿੱਤੀ, ਇੱਕ ਰੁਮਾਲ ਦਿੱਤਾ ਤੇ ਇੱਕ ਗੁਟਕਾ ਦਿੱਤਾ, ਪੋਥੀ ਸਾਹਿਬ ਦਿੱਤੀ। ਔਰ ਇਹ ਬਚਨ ਮੇਰੇ ਸਾਹਿਬ ਨੇ ਆਖਿਆ ਕਿ ਇਹਨਾਂ ਦੇ ਪਿੱਛੇ ਰਮਜ ਪਿੱਛੇ ਰਹੱਸ ਇਹ ਹੈ, ਇਤਿਹਾਸ ਕਹਿੰਦਾ ਉਹ ਰੁਮਾਲ ਹੀ ਇੱਕ ਧਰਮ ਦੀ ਚਾਦਰ ਬਣਿਆ, ਉਹ ਕਟਾਰ ਹੀ ਇੱਕ ਫੌਲਾਦੀ ਇੰਜ ਕਹਿ ਲੋ ਤੇਗ ਬਣੀ ਜਿਹੜੀ ਕਰਤਾਰਪੁਰ ਦੇ ਜੰਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਚੁੱਕੀ। ਤੇ ਉਹ ਜਿਹੜੀ ਇੱਕ ਪੋਥੀ ਦਾ ਜ਼ਿਕਰ ਵਿਦਵਾਨਾਂ ਨੇ ਕੀਤਾ ਉਹ ਇਹੀ ਹੈ ਕਿ ਗੁਰੂ ਸਾਹਿਬ ਜੀ ਨੇ ਜਿਹੜੇ 59 ਸ਼ਬਦ ਤੇ 57 ਸ਼ਲੋਕ ਉਚਾਰਨ ਕੀਤੇ, ਗੁਰੂ ਦੇ ਹਿਰਦੇ ਵਿੱਚੋਂ ਬਾਣੀ ਦੇ ਝਰਨੇ ਨਿਕਲੇ। ਜਿੰਨੀ ਵੀ ਬਾਣੀ ਤੁਸੀਂ ਗੁਰੂ ਸਾਹਿਬ ਦੀ ਪੜੋਗੇ ਉਹਦੇ ਵਿੱਚੋਂ ਵਿਰਾਗ ਤੋਂ ਭਾਵ ਪ੍ਰੀਤ ਝਲਕੇਗੀ। ਭਾਵ ਮਨੁੱਖ ਦਾ ਮਨ ਜਿਹੜਾ ਮਾਇਆ ਦੇ ਵਿੱਚ ਫਸਿਆ ਹੈ, ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ। ਤੇ ਮੇਰੇ ਸਤਿਗੁਰੂ ਜੀ ਉਹ ਲੋਕ ਜਿਹੜੇ ਨਿਰਾਸ਼ਤਾ ਦੇ ਵਿੱਚ ਡੁੱਬੇ ਸਨ, ਜਿਹੜੇ ਇੰਜ ਕਹਿ ਲੋ ਇਨਸਾਨੀਅਤ ਨੂੰ ਭੁੱਲ ਕੇ ਜਿਹੜੇ ਵਹਿਮਾਂ ਭਰਮਾਂ ਦੇ ਵਿੱਚ ਪੈ ਗਏ, ਜਾਂ ਜਿਹੜੇ ਜ਼ਾਲਮ ਲੋਕਾਂ ਦੀ ਤਲਵਾਰ ਤੋਂ ਡਰੇ ਸਨ, ਤੇ ਮੇਰੇ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਉਹ ਸਾਰਾ ਕੁਝ ਮਿਲਦਾ ਹੈ, ਝਲਕ ਮਿਲਦੀ ਹੈ ਕਿ ਡਰੋ ਨਾ। ਵੇਖੋ ਪਾਤਸ਼ਾਹ ਕਹਿੰਦੇ ਉਸ ਬੰਦੇ ਨੂੰ ਡਰਨਾ ਚਾਹੀਦਾ ਹੈ ਜਿਸ ਬੰਦੇ ਦੇ ਅੰਦਰ ਕਮਜ਼ੋਰੀ ਹੈ, ਜਿਸ ਬੰਦੇ ਨੇ ਚੋਰੀ ਕੀਤੀ ਹੈ ਉਹ ਡਰੇ, ਜਿਸ ਬੰਦੇ ਨੇ ਪਾਪ ਕੀਤਾ ਹੈ ਉਹ ਬੰਦਾ ਡਰੇ, ਜਿਸ ਬੰਦੇ ਨੇ ਪਾਪ ਨਹੀਂ ਕੀਤਾ, ਚੋਰੀ ਨਹੀਂ ਕੀਤੀ, ਉਹਦੇ ਜੀਵਨ ਦੇ ਵਿੱਚ ਕੋਈ ਘਾਟ ਨਹੀਂ, ਤੇ ਫਿਰ ਉਹ ਆਪਣੇ ਆਪ ਹੀ ਡਰੀ ਜਾਵੇ ਤਾਂ ਫਿਰ ਉਹਨੂੰ ਇਨਸਾਨ ਕਹਿਣ ਦੀ ਲੋੜ ਨਹੀਂ। ਮੇਰੇ ਸਤਿਗੁਰਾਂ ਦੀ ਬਾਣੀ ਵਿੱਚੋਂ ਉਹ ਸ਼ਬਦ ਮਿਲਦੇ ਨੇ। ਪਾਤਸ਼ਾਹ ਕਹਿੰਦੇ ਕੌਣ ਹੈ ਗਿਆਨੀ? ਪਾਤਸ਼ਾਹ ਦੀ ਬਾਣੀ ਪੜੋ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਉਹਨੂੰ ਬ੍ਰਹਮ ਗਿਆਨੀ ਕਹੋ ਜਿਹੜਾ ਜਿਉਂਦੇ ਜੀਵ ਵਿਕਾਰਾਂ ਤੋਂ ਮੁਕਤ ਹੋ ਗਿਆ। ਮਰਨ ਤੋਂ ਬਾਅਦ ਪਤਾ ਨਹੀਂ ਕਿਹਨੇ ਕਿੱਥੇ ਜਾਣਾ, ਪਤਾ ਨਹੀਂ ਕਿਹੜੀ ਜੂਨੇ ਪੈਣਾ, ਉਹ ਮੈਨੂੰ ਤੇ ਨਹੀਂ ਪਤਾ। ਜੇ ਕੋਈ ਕਹੇ ਬਾਬਾ ਜੀ ਮਰਨ ਤੋਂ ਬਾਅਦ ਕਿੱਥੇ ਜਾਈਦਾ ਹੈ, ਉਹ ਮੈਂ ਤਾਂ ਤੁਹਾਡੇ ਸਾਹਮਣੇ ਬੈਠਾ, ਜੇ ਮਰ ਕੇ ਦੁਬਾਰੇ ਆਇਆ ਫੇਰ ਕੋਸ਼ਿਸ਼ ਕਰੂੰ ਦੱਸਣ ਦੀ। ਪਰ ਗੁਰਬਾਣੀ ਇਹ ਕਹਿੰਦੀ ਹੈ ਜਿਉਂਦੇ ਜੀਵ, ਭਾਵ ਉਹ ਬੰਦਾ ਬ੍ਰਹਮ ਗਿਆਨੀ ਹੈ ਜਿਨੇ ਵਾਸ਼ਨਾਵਾਂ ਤੋਂ ਵਿਕਾਰਾਂ ਤੋਂ ਮੁਕਤੀ ਪਾ ਲਈ, ਜਿਹੜਾ ਨਾ ਡਰਦਾ ਤੇ ਨਾ ਕਿਸੇ ਨੂੰ ਡਰਾਉਂਦਾ। ਧਰਮੀ ਕੌਣ ਹੈ? ਧਰਮ ਦੀ ਪਰਿਭਾਸ਼ਾ ਕੀ ਹੈ? ਵੇਖੋ ਇੱਥੇ ਤੁਸੀਂ ਕੰਮ ਕਰਦੇ ਹੋ, ਜਦੋਂ ਗੁਰਦੁਆਰਾ ਸਾਹਿਬ ਆਉਣੇ ਆ ਆਪਾਂ ਬਸਤਰ ਉਦਾਂ ਦੇ ਪਾਉਨੇ ਆ ਜਿੱਦਾਂ ਦੇ ਗੁਰਦੁਆਰਾ ਸਭ ਸੋਹਣੇ ਲੱਗਣ। ਧੱਕੇ ਨਾਲ ਤਾਂ ਤੁਸੀਂ ਜਿੱਦਾਂ ਦੇ ਮਰਜ਼ੀ ਪਾ ਕੇ ਆ ਜਾਓ, ਉਹ ਵੱਖਰੀ ਗੱਲ ਹੈ। ਆਪਾਂ ਗੁਰਦੁਆਰਾ ਸਾਹਿਬ ਆਉਨੇ ਆ ਜਿਹੜੇ ਬਸਤਰ ਸੋਹਣੇ ਲੱਗਣ, ਪਰ ਜਦੋਂ ਆਪਾਂ ਦੁਨੀਆ ਵਿੱਚ ਵਿਚਰਦੇ ਆ, ਜਿੱਥੇ ਤੁਸੀਂ ਕੰਮ ਕਰਦੇ ਹੋ ਉੱਥੇ ਤੁਹਾਨੂੰ ਉਹਨਾਂ ਦੇ ਕੰਮ ਦੇ ਮੁਤਾਬਕ ਉਦਾਂ ਦੇ ਬਸਤਰ ਪਾ ਕੇ ਜਾਣੇ ਪੈਣਗੇ। ਕੀ ਫਿਰ ਤੁਹਾਡੇ ਅੰਦਰੋਂ ਧਰਮ ਭੱਜ ਗਿਆ ਵੀ ਇਹਨੇ ਹੁਣ ਪੈਂਟ ਸ਼ਰਟ ਪਾ ਲਈ, ਵੀ ਇਹਨੇ ਹੁਣ ਇੱਥੋਂ ਵਾਲਾ ਪਹਿਰਾਵਾ ਪਾ ਲਿਆ? ਦੇਖੋ ਜੀ ਇਹਦੇ ਤਾਂ ਅੰਦਰ ਹੁਣ ਧਰਮ ਦੀ ਕੋਈ ਚਿਣਗ ਨਹੀਂ ਰਹੀ। ਸਤਿਗੁਰੂ ਜੀ ਧਰਮ ਦੀ ਗੱਲ ਕਰਦੇ ਨੇ। ਪਾਤਸ਼ਾਹ ਕਹਿੰਦੇ ਸੋ ਡਰੇ ਜੇ ਪਾਪ ਕਮਾਵਦਾ। ਕਹਿੰਦੇ ਕਿਹੜਾ ਬੰਦਾ ਡਰੇ? ਜਿਹੜਾ ਬੰਦਾ ਪਾਪ ਕਰਦਾ। ਪਰ ਜਿਸ ਬੰਦੇ ਦੇ ਅੰਦਰ ਪਾਪ ਬਿਰਤੀ ਕੋਈ ਨਹੀਂ, ਉਹ ਜਿੱਧਰ ਮਰਜ਼ੀ ਵੇਖੀ ਜਾਵੇ ਉਹਨੂੰ ਕੀ ਪਰਵਾਹ ਹੈ। ਜੇ ਤੁਹਾਡੇ ਮਨ ਵਿੱਚ ਮੈਲ ਹੈ ਫਿਰ ਉਹ ਬੰਦਾ ਜਦੋਂ ਵੇਖੇਗਾ ਨਾ ਉਹ ਚੋਰੀ ਵੇਖੇਗਾ। ਜੇ ਤੁਹਾਡੇ ਮਨ ਵਿੱਚ ਮੈਲ ਨਹੀਂ, ਜੇ ਤੁਹਾਡੇ ਮਨ ਵਿੱਚ ਵਿਕਾਰ ਨਹੀਂ, ਤੁਸੀਂ ਜਿੱਧਰ ਮਰਜ਼ੀ ਤੱਕਦੇ ਰਹੋ, ਮੈਨੂੰ ਨਹੀਂ ਲੱਗਦਾ ਕਿ ਉਹਦਾ ਵੇਖਣਾ ਬੁਰਾ ਹੋ ਸਕਦਾ ਹੈ। ਪਾਤਸ਼ਾਹ ਕਹਿੰਦੇ ਸੋ ਡਰੇ ਜੇ ਪਾਪ ਕਮਾਵਦਾ, ਧਰਮੀ ਵਿਗਸੇਤ। ਭਾਵ ਉਹ ਬੰਦਾ ਧਰਮੀ ਹੈ ਜਿਸ ਦੇ ਅੰਦਰ ਭਾਵ ਕੋਈ ਪਾਪ ਨਹੀਂ, ਵਿਕਾਰ ਨਹੀਂ। ਤੁਸੀਂ ਪਾਪੀ ਤੇ ਪੁੰਨੀ ਨੂੰ ਕਿਸੇ ਬਾਹਰਲੇ ਪਹਿਰਾਵੇ ਦੇ ਨਾਲ ਨਹੀਂ ਤੁਲਨਾ ਕਰ ਸਕਦੇ। ਹੁਣ ਇੱਥੇ ਪਹਿਰਾਵੇ ਦੀ ਨਿੰਦਿਆ ਨਹੀਂ,
ਇੱਥੇ ਚੋਲੇ ਦੀ, ਦਸਤਾਰ ਦੀ ਨਹੀਂ। ਕਈ ਦਫਾ ਵਿੱਚੋਂ ਗੱਲ ਆਪਾਂ ਉਂਝ ਹੀ ਪਕੜ ਲੈਨੇ ਆ, ਪਰ ਇੱਥੇ ਪਹਿਰਾਵੇ ਦੀ ਨਿੰਦਿਆ ਨਹੀਂ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ਼ਾਰਾ ਕਰ ਦਿੱਤਾ ਹੈ ਵੀ ਸਹੀ ਮਾਇਨਿਆਂ ਦੇ ਵਿੱਚ ਉਹ ਇਨਸਾਨ ਮਹਾਨ ਹੈ ਜਿਸ ਦੇ ਅੰਦਰ ਪਾਪ ਬਿਰਤੀ ਨਹੀਂ। ਪਾਪ ਤੇ ਪੁੰਨ ਦੀ ਪਰਿਭਾਸ਼ਾ ਇਹ ਹੈ ਕਿ ਜੇ ਤੁਹਾਡੇ ਅੰਦਰ ਮਾੜੇ ਖਿਆਲ ਨੇ ਤੇ ਤੁਸੀਂ ਪਾਪੀ ਜੇ ਤੁਹਾਡੇ ਅੰਦਰ ਚੰਗੇ ਖਿਆਲ ਨੇ ਤੇ ਤੁਸੀਂ ਧਰਮੀ ਹੋ। ਇੱਕ ਤੇ ਆਪਾਂ ਪਰਉਪਕਾਰ ਕਰਦੇ ਹਾਂ। ਵੇਖੋ ਜਿਹੜੀ ਗੱਲ ਭਾਈ ਸਾਹਿਬ ਨੇ ਕਹੀ, ਅਮਰਜੀਤ ਸਿੰਘ ਜੀ ਨੇ ਵੀ, ਜਿਹੜੇ ਦਾਲ ਚੌਲ ਆਟਾ ਵਾਧੂ ਸਮੱਗਰੀ ਹੈ ਨਾ, ਮੈਂ ਆਸਟ੍ਰੇਲੀਆ ਸਮੇਂ ਇੱਥੇ ਬੇਨਤੀ ਨਹੀਂ ਕੀਤੀ, ਮੈਂ ਸੋਚਿਆ ਹੋ ਸਕਦਾ ਕੋਈ ਗੁੱਸਾ ਨਾ ਕਰ ਲੇ। ਉੱਥੇ ਬਹੁਤ ਸੰਗਤ ਇਸ ਤਰ੍ਹਾਂ ਅਨਾਜ ਆਟਾ ਦਾਲ ਚੌਲ ਚੜਾਉਂਦੇ ਨੇ ਤੇ ਉਹ ਪ੍ਰਬੰਧਕ ਕਮੇਟੀ ਬਾਹਰ ਰੱਖ ਦਿੰਦੀ ਹੈ ਉਹ ਸਾਰਾ ਸਮਾਨ, ਤੇ ਬਾਹਰ ਰੱਖ ਕੇ ਉੱਥੇ ਲਿਖ ਦਿੱਤਾ ਜਾਂਦਾ ਵੀ ਜੇ ਤੁਹਾਡੀ ਸ਼ਰਧ ਹੈ ਤਾਂ ਤੁਸੀਂ ਮਾਇਆ ਇੱਥੇ ਪਾ ਜਾਓ, ਨਹੀਂ ਸ਼ਰਤ ਕੋਈ ਨਹੀਂ। ਪਰ ਕਈ ਦਫਾ ਆਪਾਂ ਇਹ ਸੋਚਦੇ ਹਾਂ, ਭੈਣਾਂ ਬੀਬੀਆਂ, ਪੁਰਾਣੀਆਂ ਬੀਬੀਆਂ, ਮੈਨੂੰ ਮਾਫ ਕਰਿਓ, ਉਹ ਕਹਿੰਦੀਆਂ ਲੋ ਗੁਰਦੁਆਰਿਓਂ ਆਟਾ ਲਿਆਂਦਾ, ਇਹ ਗੁਰਦੁਆਰਿਓਂ ਚੌਲ ਲਿਆਂਦੇ ਨੇ। ਇਸ ਤਰ੍ਹਾਂ ਆਪਾਂ ਮਨ ਵਿੱਚ ਰੱਖਦੇ ਹਾਂ, ਆਪਾਂ ਡਰਦੇ ਹਾਂ। ਦਰਅਸਲ ਵੇਖੋ ਉਹਨਾਂ ਕਿਸਾਨਾਂ ਨੂੰ ਪੁੱਛੋ ਜਿਹੜੇ 4-4 ਮਹੀਨਿਆਂ ਦੇ ਇਸ ਅਨਾਜ ਵਾਸਤੇ ਹੀ ਸਰਕਾਰ ਦੇ ਹਾੜੇ ਕੱਢ ਰਹੇ ਨੇ। ਉਹਨਾਂ ਨੂੰ ਪੁੱਛੋ ਇਸ ਦਾਲ ਚੌਲ ਆਟੇ ਦੀ ਕੀਮਤ ਕੀ ਹੈ। ਇਹਨੂੰ ਆਪਾਂ ਸਿੱਟਣ ਦੀ ਬਜਾਏ, ਇਹਨੂੰ ਡਸਟਬਿਨ ਦੇ ਵਿੱਚ ਪਾਉਣ ਦੀ ਬਜਾਏ, ਮੈਂ ਤਾਂ ਨਹੀਂ ਸਮਝਦਾ, ਇੱਕ ਦੂਜੇ ਤੇ ਇਹ ਵੀ ਨਾ ਨਜ਼ਰ ਰੱਖੋ ਕਿ ਉਹ ਗੁਰਦੁਆਰਿਓਂ ਲੈ ਗਿਆ, ਉਹ ਗੁਰਦੁਆਰਿਓਂ ਲੈ ਗਿਆ। ਜੇ ਬਾਹਰ ਰੱਖਿਆ ਘਰ ਲੈ ਜਾਓ, ਤੁਹਾਡੇ ਮੂੰਹ ਵਿੱਚ ਪੈ ਜੇ, ਬੱਚਿਆਂ ਦੇ ਪੈ ਜੇ, ਜਾਂ ਜੇ ਤੁਸੀਂ ਆਪਣੇ ਘਰ ਨਹੀਂ ਲਿਜਾਣਾ ਤਾਂ ਤੁਸੀਂ ਬਾਹਰ ਕਿਸੇ ਹੋਰ ਲੋੜਵੰਦ ਨੂੰ ਦੇ ਸਕਦੇ ਹੋ। ਜੇ ਮੈਂ ਗਲਤ ਹਾਂ ਤੇ ਮੈਂ ਖਿਮਾ ਮੰਗਦਾ, ਜੇ ਗੱਲ ਤੁਹਾਨੂੰ ਚੰਗੀ ਲੱਗੀ ਤੇ ਤੁਸੀਂ ਪ੍ਰਵਾਨ ਕਰਿਓ। ਹੁਣ ਵਿਸ਼ੇ ਤੇ ਆਈਏ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ, ਬਖਸ਼ਿਸ਼ਾਂ ਦੇ ਮਾਲਕ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੇ ਮਾਤ ਨਾਨਕੀ ਜੀ ਤੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਅੰਤ ਬਖਸ਼ਿਸ਼ਾਂ ਦਿੱਤੀਆਂ, ਰਹਿਮਤਾਂ ਉਹਨਾਂ ਨੇ ਵਰਸਾਈਆਂ। ਤੇ ਅਰਜ਼ ਕਰ ਰਹੇ ਸਾਂ ਕਿ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਜਿਹੜੀਆਂ ਝਲਕਾਂ ਮਿਲਦੀਆਂ ਨੇ, ਉਹ ਝਲਕਾਂ ਕੀ ਨੇ, ਕਿਉਂਕਿ ਤਕਰੀਬਨ 10 ਕੁ ਮਿੰਟ ਆਪਣੇ ਕੋਲ ਬਾਕੀ ਨੇ, ਤੇ ਉਹਦੀ ਵਿਚਾਰ ਕਰਕੇ ਫਿਰ ਬਾਹਰ ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਜਿਹੜਾ ਕਾਰਜ ਹੈ ਉਹ ਆਰੰਭ ਕਰਾਂਗੇ ਅਰਦਾਸ ਬੇਨਤੀ ਕਰਕੇ। ਸਤਿਗੁਰੂ ਜੀ ਕਹਿੰਦੇ ਸੁਆਮੀ, ਸੁਆਮੀ ਭਾਵ ਮਾਲਕ, ਸੁਆਮੀ ਕੋ ਗ੍ਰਹਿ, ਇੱਥੇ ਪਾਠ ਗ੍ਰਹਿ ਹੈ, ਉਹ ਗੱਲ ਵੱਖਰੀ। ਆਪਾਂ ਗਿਰ ਹੋ ਕਰਾਂਗੇ ਤਾਂ ਹਾਹੇ ਨੂੰ ਹੋੜਾ ਲੱਗ ਗਿਆ। ਗ੍ਰਹਿ ਦੇ ਅਰਥ ਨੇ ਘਰ। ਪਾਤਸ਼ਾਹ ਕਹਿੰਦੇ ਸੁਆਮੀ ਕੋ ਗ੍ਰਹਿ, ਤੇ ਔਂਕੜ ਜਿਹੜਾ ਲੱਗਿਆ ਉਹ ਕਹਿੰਦਾ ਘਰ ਹੈ। ਕਹਿੰਦੇ ਮਾਲਕ ਦਾ ਜਿਹੜਾ ਘਰ ਹੈ ਨਾ, ਸੁਆਮੀ ਕੋ ਗ੍ਰਹਿ ਜਿਉ ਸਦਾ, ਜਿਵੇਂ ਕਹਿੰਦੇ ਘਰ ਦੇ ਵਿੱਚ ਮਾਲਕ ਦੇ ਇੱਕ ਕੂਕਰ ਰਹਿੰਦਾ, ਸਵਾਨ। ਸਵਾਨ ਮੀਨਸ ਕੁੱਤਾ, ਕੂਕਰ। ਤਜਤ ਨਹੀਂ ਨਿਤ, ਇੱਕ ਕੁੱਤੇ ਦੀ ਉਦਾਹਰਨ ਦੇ ਕੇ ਬੰਦੇ ਨੂੰ ਸਮਝਾਉਣ ਦੀ ਕੀ ਲੋੜ ਪੈ ਗਈ। ਇਹਦਾ ਮਤਲਬ ਕਿ ਬੰਦਾ, ਇਹ ਇਨਸਾਨ ਇਨਸਾਨੀਅਤ ਦੇ ਦਰਜੇ ਤੋਂ ਬੜੀ ਦੂਰ ਜਾ ਚੁੱਕਿਆ ਸੀ, ਤੇ ਉਹਨੂੰ ਜਗਾਉਣ ਦੇ ਲਈ ਮੇਰੇ ਗੁਰੂ ਸਾਹਿਬ ਜੀ ਨੇ ਫਿਰ ਇਹ ਉਦਾਹਰਨ ਦਿੱਤੀ ਕਿ ਬੰਦਿਆ ਤੂੰ ਜਾਗ। ਸੁਆਮੀ ਕੋ ਗ੍ਰਹਿ ਜਿਉ ਸਦਾ, ਜਿਵੇਂ ਬੰਦਿਆ ਘਰ ਵਿੱਚ ਮਾਲਕ ਨੇ ਕੁੱਤਾ ਰੱਖਿਆ ਹੈ ਤੇ ਉਹ ਕੁੱਤਾ ਹਮੇਸ਼ਾ ਮਾਲਕ ਦਾ ਵਫਾਦਾਰ ਹੁੰਦਾ ਹੈ, ਤੇ ਭਾਵੇਂ ਦਰਵਾਜ਼ਾ ਖੋਲ ਕੇ ਬਾਹਰ ਕੱਢ ਕੇ ਦਰਵਾਜ਼ਾ ਬੰਦ ਕਰ ਲਓ, ਦਰਵਾਜ਼ਾ ਖੋਲੋਗੇ ਉਹਨੇ ਫੇਰ ਤੁਹਾਡੇ ਕਦਮਾਂ ਦੇ ਵੱਲ ਹੀ ਆਉਣਾ ਹੈ। ਪਾਤਸ਼ਾਹ ਨੇ ਇੱਕ ਵਫਾਦਾਰ ਕੁੱਤੇ ਦੀ ਉਦਾਹਰਨ ਦਿੱਤੀ, ਗੁਰਬਾਣੀ ਵਿੱਚ ਹਲਕੇ ਕੁੱਤੇ ਦੀ ਵੀ ਉਦਾਹਰਨ ਦਿੱਤੀ ਹੈ, ਵਫਾਦਾਰ ਕੁੱਤੇ ਦੀ ਵੀ। ਜਦੋਂ ਵਫਾਦਾਰ ਕੁੱਤੇ ਦੀ ਉਦਾਹਰਨ ਦਿੱਤੀ ਹੈ ਉਦੋਂ ਮੇਰੇ ਗੁਰੂ ਸਾਹਿਬ ਜੀ ਨੇ ਇੱਕ ਚੰਗੇ ਇਨਸਾਨ ਤੇ ਇੱਕ ਗੁਰਮੁਖ ਦੇ ਵੱਲ ਇਸ਼ਾਰਾ ਕੀਤਾ ਹੈ। ਤੇ ਜਦੋਂ ਹਲਕੇ ਕੁੱਤੇ ਦੀ ਉਦਾਹਰਨ ਦਿੱਤੀ ਹੈ ਤਾਂ ਮੇਰੇ ਗੁਰੂ ਸਾਹਿਬ ਜੀ ਨੇ ਤੁਲਨਾ ਉਸ ਬੰਦੇ ਦੀ, ਇੰਜ ਕਹਿ ਲੋ ਲੋਭੀ ਬੰਦੇ ਦੀ ਤੁਲਨਾ ਕੁੱਤੇ ਨਾਲ ਕੀਤੀ ਹੈ। ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭਖ ਅਭਖ ਸਭ ਖਾਏ। ਜਿਵੇਂ ਹਲਕਾ ਕੁੱਤਾ ਕਦੀ ਕਿਸੇ ਨੂੰ ਨਹੀਂ ਛੱਡਦਾ, ਜਿਹੜਾ ਮੂਹਰੇ ਆ ਜੇ ਉਹਨੂੰ ਵੱਢ ਕੱਟ ਲੈਂਦਾ ਹੈ, ਘਰ ਦੇ ਮਾਲਕ ਤੋਂ ਹੀ ਪਹਿਲਾਂ ਸ਼ੁਰੂ ਕਰਦਾ ਹੈ। ਇਸੇ ਤਰ੍ਹਾਂ ਜਿਹੜਾ ਲੋਭੀ ਬੰਦਾ ਹੈ, ਜੇ ਲੋਭ ਕਿਸੇ ਕੌਮ ਵਿੱਚ ਆ ਜੇ, ਕਿਸੇ ਪੰਥ ਵਿੱਚ ਆ ਜੇ,
ਕਿਸੇ ਇੰਜ ਕਹ ਲੋ ਧਾਰਮਿਕ ਬੰਦੇ ਵਿੱਚ ਆ ਜੇ ਤਾਂ ਲੋਭੀ ਬੰਦੇ ਵੀ ਕੌਮਾਂ ਨੂੰ ਵੀ ਦਾ ਲਾਉਣ ਤੋਂ ਗੁਰੇਜ਼ ਨਹੀਂ ਕਰਦੇ। ਇਹ ਬਾਣੀ ਕਹਿ ਰਹੀ ਹੈ। ਪਾਤਸ਼ਾਹ ਕਹਿੰਦੇ ਲੋਭੀ ਜੰਤ ਨਾ ਜਾਣੀ, ਲੋਭੀ ਨਹੀਂ ਨੇ ਵੇਖਣਾ ਵੀ ਅੱਗੇ ਕੌਣ ਹੈ, ਮੇਰੇ ਪਿੱਛੇ ਕੌਣ ਹੈ, ਭੱਖ ਅਭੱਖ ਸਭ ਖਾਏ। ਤੇ ਸਤਿਗੁਰੂ ਜੀ ਕਹਿੰਦੇ ਸੁਆਮੀ ਕੋ ਗ੍ਰਹਿ ਜਿਉ ਸਦਾ ਸੁਆਨ ਤਜਤ ਨਹੀਂ ਨਿਤ। ਜਿਵੇਂ ਕੁੱਤਾ ਮਾਲਕ ਦਾ ਦਰ ਨਹੀਂ ਨਾ ਛੱਡਦਾ, ਤੇ ਬੰਦਿਆਂ ਜਿਵੇਂ ਉਹ ਮਾਲਕ ਦਾ ਵਫਾਦਾਰ ਹੈ, ਤੂੰ ਉਹਦੇ ਤੋਂ ਹੀ ਸਿੱਖਿਆ ਲੈ ਲਾ। ਜੇ ਤੂੰ ਮਾਲਕ ਦਾ ਵਫਾਦਾਰ ਨਹੀਂ, ਇਹਦਾ ਮਤਲਬ ਤੂੰ ਫਿਰ ਕੁੱਤੇ ਤੋਂ ਵੀ ਗਿਆ ਗੁਜ਼ਰਿਆ। ਪਾਤਸ਼ਾਹ ਕਹਿੰਦੇ ਵਫਾਦਾਰ ਬਣ। ਦਰਅਸਲ ਇੱਥੇ ਕੋਈ ਕੁੱਤੇ ਨੂੰ ਅਹਿਮੀਅਤ ਨਹੀਂ ਦਿੱਤੀ। ਦਰਅਸਲ ਜਿਹੜੀ ਕੁੱਤੇ ਦੇ ਅੰਦਰ ਇੱਕ ਵਫਾਦਾਰੀ ਛੁਪੀ ਹੋਈ ਹੈ ਨਾ, ਗੁਰੂ ਸਾਹਿਬ ਜੀ ਉਹਦੀ ਗੱਲ ਕਰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਤੂੰ ਵੀ ਮਾਲਕ ਦਾ ਵਫਾਦਾਰ ਬਣ। ਤੇ ਸਤਿਗੁਰੂ ਜੀ ਕਹਿੰਦੇ ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਕਹਿੰਦੇ ਇਹ ਵਿਧੀ, ਇਹ ਤਰੀਕਾ ਤੂੰ ਆਪਣੇ ਜੀਵਨ ਵਿੱਚ ਲਾਗੂ ਕਰ ਲੈ। ਆਪਣੇ ਜੀਵਨ ਦੇ ਵਿੱਚ ਤੂੰ ਇਹਨੂੰ ਭਾਵ ਗ੍ਰਹਿਣ ਕਰਕੇ ਨਾ ਤਰੀਕਾ, ਜਿਹੜੀ ਉਦਾਹਰਨ ਪਹਿਲੀਆਂ ਪੰਕਤੀਆਂ ਵਿੱਚ ਦਿੱਤੀ, ਜੇ ਉਹ ਕੁੱਤਾ ਇੰਨਾ ਕੁ ਮਾਲਕ ਦਾ ਵਫਾਦਾਰ ਹੈ, ਭਾਵੇਂ ਤੁਸੀਂ ਘਰੋਂ ਕੱਢ ਦਿਓ, ਕੁੱਟੋ ਮਾਰੋ, ਮੈਂ ਕਹਿੰਦਾ ਜਿੱਥੇ ਮਰਜ਼ੀ ਛੱਡ ਆਓ, ਉਹ ਡਿੱਗਦਾ ਢਹਿੰਦਾ ਫਿਰ ਉੱਥੇ ਤੁਹਾਡੇ ਕੋਲ ਹੀ ਆ ਜਾਣੇ। ਮੇਰੇ ਸਤਿਗੁਰਾਂ ਨੇ ਕਿੰਨਾ ਸੋਹਣਾ ਤੇ ਮਹਾਨ ਪ੍ਰਮਾਣ ਕਿਉਂ ਦਿੱਤਾ ਇਨਸਾਨ ਨੂੰ ਸਮਝਾਉਣ ਲਈ। ਬੰਦਿਆ ਤੂੰ ਆਪਣੇ ਉਸ ਜੀਵਨ ਦੇ ਵੱਲ ਆ ਜਾ ਜਿਸ ਜੀਵਨ ਨੂੰ ਤੂੰ ਭੁੱਲ ਚੁੱਕਿਆ ਹੈ। ਪਾਤਸ਼ਾਹ ਕਹਿੰਦੇ ਨਾਨਕ ਇਹ ਬਿਦ, ਇਹ ਤਰੀਕਾ ਅਪਣਾ ਲੈ। ਕਿਹੜਾ ਤਰੀਕਾ? ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਜਿਹੜਾ ਮਨ ਤੇਰਾ ਦੁਬਦਾ 'ਚ ਪੈ ਕੇ ਖਿੰਡਿਆ ਹੋਇਆ ਹੈ, ਇੱਕ ਅਚੇਤ ਤੇ ਸੁਚੇਤ ਬਣਿਆ, ਤੇ ਇਹਨੂੰ ਤੂੰ ਇੱਕ ਸੇਧ ਦੇ ਦੇ। ਇਹ ਤਰੀਕਾ ਆਪਣਾ। ਅਖੀਰ ਵਿੱਚ ਕਹਿੰਦੇ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਤੀਰਥਾਂ ਤੇ ਗਏ ਨੇ। ਤੀਰਥ ਯਾਤਰਾ ਕਰਕੇ ਉਹ ਕੋਈ ਆਪਣੇ ਪਾਪ ਨਹੀਂ ਲਾਉਣ ਗਏ। ਗੁਰੂ ਸਾਹਿਬ ਜੀ ਤੀਰਥਾਂ ਤੇ ਜਾਣ ਵਾਲੇ ਯਾਤਰੀਆਂ ਨੂੰ ਇਸ ਗੱਲ ਤੋਂ ਸੁਚੇਤ ਕਰਦੇ ਨੇ ਕਿ ਕੱਲੀ ਤੀਰਥ ਯਾਤਰਾ ਨੇ ਤੁਹਾਡਾ ਕੁਝ ਨਹੀਂ ਸਵਾਰਨਾ। ਸਗੋਂ ਤੀਰਥਾਂ ਤੇ ਜਾ ਕੇ ਤਾਂ ਬੰਦੇ ਦਾ ਇਉਂ ਨਹੀਂ ਲੱਗਦਾ ਵੀ ਕਈਆਂ ਦਾ ਟੈਂਪਰੇਚਰ ਜ਼ਿਆਦਾ ਵੱਧ ਜਾਂਦਾ ਹੈ, ਵੀ ਲੈ ਮੈਂ ਤਾਂ ਇੰਨੇ ਤੀਰਥਾਂ ਦੇ ਦਰਸ਼ਨ ਕੀਤੇ, ਉੱਥੇ ਪਤਾ ਨਹੀਂ ਕਿੰਨਿਆਂ ਕੁ ਦਿਨਾਂ ਲੜ ਕੇ ਵੀ ਆਇਆ ਹੋਵੇਗਾ। ਦਰਬਾਰ ਵਿੱਚ ਬੈਠਣ ਪਿੱਛੇ ਵੀ ਕਈ ਲੜ ਪੈਂਦੇ ਵੀ ਅੱਗੇ ਮੈਂ ਬੈਠਾ। ਤੇ ਤੀਰਥਾਂ ਤੇ ਜਾ ਕੇ ਬੰਦੇ ਕੋਈ ਕਿਸੇ ਦੀ ਜੁੱਤੀ ਚੁੱਕ ਲਿਆਉਂਦਾ ਤੇ ਕੋਈ ਕਿਸੇ ਦਾ ਪਰਸ ਕੱਢ ਲਿਆਉਂਦਾ। ਫਿਰ ਆਉਂਦੇ ਆਉਂਦੇ ਉੱਥੋਂ ਫੁੱਲੀਆਂ ਵੀ ਲਈ ਆਉਂਦੇ, ਪਤਾ ਲੱਗੇ ਪਿੰਡ 'ਚ ਵੀ ਹਜੂਰ ਸਾਹਿਬ ਜਾ ਕੇ ਆਇਆ ਹੈ, ਤੇ ਇਹ ਕਿੱਦਾਂ ਪਤਾ ਲੱਗੂ ਵੀ ਉੱਥੋਂ ਜੁੱਤੀ ਵੀ ਚੱਕ ਕੇ ਲਿਆਇਆ? ਇਹ ਕੌਣ ਦੱਸੇਗਾ? ਪਾਤਸ਼ਾਹ ਜੀ ਸਮਝਾਉਂਦੇ ਨੇ ਤੀਰਥ ਵਰਤ ਅਰ ਦਾਨ ਕਰ। ਕਹਿੰਦੇ ਤੀਰਥਾਂ ਤੇ ਤੂੰ ਜਾਣੇ, ਦਾਨ ਪੁੰਨ ਕਰਦੇ, ਪਰ ਕਹਿੰਦੇ ਉਹ ਸਾਰਾ ਕੁਝ ਕਰਨਾ ਤਾਂ ਠੀਕ ਹੈ, ਤੂੰ ਕਰ, ਜਾਣਾ ਚਾਹੀਦਾ। ਇਤਿਹਾਸਕ ਸਥਾਨਾਂ ਤੇ ਜਾਓ, ਜੰਮ ਕੇ ਜਾਣਾ ਚਾਹੀਦਾ। ਮੈਂ ਕਹਿੰਦਾ ਪੰਜਾਬ ਜਾਂਦੇ ਹੋ, ਘਰ ਭਾਵੇਂ ਤੁਸੀਂ 10 ਦਿਨ ਰਹੋ, ਬਹੁਤਾ ਸਮਾਂ ਸਾਨੂੰ ਗੁਰੂ ਧਾਮਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਫਤਿਹਗੜ੍ਹ ਸਾਹਿਬ ਜਾਓ, ਉਹ ਸਾਹਿਬਜ਼ਾਦੇ ਪੁਕਾਰਦੇ ਨੇ ਕਿ ਸੱਤ ਸਮੁੰਦਰੋਂ ਪਾਰ ਆਉਣ ਵਾਲਿਆ, ਉਹ ਗੁਰੂ ਕਿਹਾ ਸਿੱਖਾ ਤੂੰ ਸਾਡੇ ਕਹਿੰਦੇ ਮੂਹਰ ਦੀ ਕਿਉਂ ਭੱਜ ਕੇ ਲੰਘ ਗਿਆ, ਇੱਧਰ ਵੀ ਆ, ਸਾਨੂੰ ਜਾਣਾ ਚਾਹੀਦਾ। ਪਾਤਸ਼ਾਹ ਕਹਿੰਦੇ ਤੀਰਥ ਵਰਤ ਅਰ ਦਾਨ ਕਰ। ਕਹਿੰਦੇ ਸਭ ਕੁਝ ਕਰ ਲਿਆ, ਪਰ ਕਹਿੰਦੇ ਮਨ ਮੈਂ ਧਰੈ ਗੁਮਾਨ। ਕਹਿੰਦੇ ਇੰਨਾ ਹੰਕਾਰੀ ਹੋ ਗਿਆ ਬਈ ਤੀਰਥਾਂ ਤੇ ਜਾ ਕੇ ਤਾਂ ਤੇਰੇ ਜੀਵਨ ਦੇ ਵਿੱਚ ਸਹਿਜ, ਤੇਰੇ ਜੀਵਨ ਦੇ ਵਿੱਚ ਨਿਰਮਾਣਤਾ, ਤੇਰੇ ਚਿਹਰੇ ਤੇ ਮੁਸਕਰਾਹਟ, ਤੇਰਾ ਜੀਵਨ ਬਦਲ ਜਾਂਦਾ। ਪਰ ਸਤਿਗੁਰੂ ਜੀ ਕਹਿੰਦੇ ਘਰੋਂ ਚੰਗਾ ਭਲਾ ਗਿਆ ਸੀ ਐਨ ਬਿਲਕੁਲ, ਪਰ ਉੱਥੇ ਜਾ ਕੇ ਕਹਿੰਦੇ ਇੰਨਾ ਹੰਕਾਰੀ ਹੋ ਕੇ ਆ ਗਿਆ, ਹੁਣ ਪਿੰਡ ਵਿੱਚ ਕਿਸੇ ਨੂੰ ਟਿਕਣੀ ਨਹੀਂ ਦਿੰਦਾ। ਪਾਤਸ਼ਾਹ ਕਹਿੰਦੇ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ। ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਕੁੰਚਰ ਭਾਵ ਜਿੱਦਾਂ ਹਾਥੀ ਸਮੁੰਦਰ ਕਿਨਾਰੇ ਨਦੀ ਕਿਨਾਰੇ ਹੁੰਦਾ ਹੈ ਨਾ, ਉਹ ਸੁੰਡ ਦੇ ਨਾਲ ਸਾਰਾ ਰੇਤ ਆਪਣੇ
ਸਿਰ ਦੇ ਵਿੱਚ ਪਾ ਲੈਂਦਾ। ਪਹਿਲਾਂ ਨਹਾਉਂਦਾ ਹੈ, ਨਹਾਉਣ ਤੋਂ ਬਾਅਦ ਸਿਰ 'ਚ ਪਾ ਲੈਂਦੇ। ਗੁਰੂ ਸਾਹਿਬ ਕਹਿੰਦੇ ਇਹੀ ਕੰਮ ਬੰਦਾ ਕਰ ਰਿਹਾ ਹੈ। ਕਹਿੰਦੇ ਐਦਾਂ ਹੀ ਹਾਥੀ ਵਾਲੀ ਬਿਰਤੀ ਛੱਡ ਦੇ। ਪਾਤਸ਼ਾਹ ਨੇ ਆਪਣੀ ਪਾਵਨ ਬਾਣੀ ਵਿੱਚ ਇਸ਼ਾਰਾ ਕੀਤਾ ਹੈ। ਸੋ ਸਮਾਪਤੀ ਹੈ ਜੀ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੇ ਜੋ ਕੁੰਚਰ ਇਸ਼ਨਾਨ। ਕੁੰਚਰ ਕਹਿੰਦੇ ਨੇ ਹਾਥੀ ਨੂੰ, ਉਹਦਾ ਇਸ਼ਨਾਨ ਕੀਤਾ ਕਿਸੇ ਲੇਖੇ ਨਹੀਂ। ਜੇ ਤੂੰ ਤੀਰਥਾਂ ਤੇ ਗਿਆ, ਹੰਕਾਰ ਨਹੀਂ ਛੱਡਿਆ, ਜੀਵਨ ਵਿੱਚ ਨਿਰਮਾਣਤਾ ਨਹੀਂ ਆਈ, ਪਾਤਸ਼ਾਹ ਕਹਿੰਦੇ ਤੇਰੇ ਤੇ ਹਾਥੀ ਵਿੱਚ ਕੋਈ ਫਰਕ ਨਹੀਂ ਹੈ। ਪਾਤਸ਼ਾਹ ਜੀ ਮਿਹਰ ਕਰਨ। ਸਮੁੱਚੀਆਂ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ 400 ਸਾਲਾ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਸੋ ਆਓ ਅਗਲਾ ਸਮਾਂ ਆਪਾਂ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕਰੀਏ ਜੀ। ਬੇਅੰਤ ਭੁੱਲਾਂ ਬਚਨ ਗੁਰੂ ਕਾ ਜਾਣ ਕੇ ਹਿਰਦੇ ਵਿੱਚ ਵਸਾਉਣਾ, ਔਗੁਣ ਨਾ ਚਿਤਾਰਨੇ, ਬਖਸ਼ੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੂੰ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰ ਨਾ ਅੰਗੀਕਾਰਿਓ ਕਰੇ ਤੇਰਾ। ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋਂ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੂੰ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੂ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਘਰ ਸਪਾਗੈ। ਘਰ ਸਪਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਨ ਕੋਸੇ, ਨਾਮ ਹਰ ਕੈ ਲਾਗੇ। ਕਹੇ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਵਡ ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਬਿਨਵੰਤ ਨਾਨਕ ਗੁਰ ਚਰਨ ਲਾਗੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ